ਹੈਲੋ ਸਟੂਡੈਂਟਸ, ਅੱਜ ਆਪਾਂ ਕਰਾਂਗੇ ਡੋਮਰ ਮਾਡਲ। ਡੋਮਰ ਨੇ ਆਪਣੇ ਗਰੋਥ ਮਾਡਲ 'ਚ ਡਿਵੈਲਪਡ ਇਕਨੋਮੀਜ਼ ਦੀਆਂ ਪ੍ਰੋਬਲਮਸ ਨੂੰ ਡਿਸਕਸ ਕੀਤਾ ਹੈ। ਇਨਵੈਸਟਮੈਂਟ ਨੂੰ ਬਹੁਤ ਹੀ ਇੰਪੋਰਟੈਂਟ ਮੰਨਿਆ। ਇਨਵੈਸਟਮੈਂਟ ਇਕਨੋਮੀ 'ਚ ਡਬਲ ਰੋਲ ਪਲੇ ਕਰਦਾ ਹੈ। ਇਨਵੈਸਟਮੈਂਟ ਡਿਮਾਂਡ ਤੇ ਸਪਲਾਈ ਦੋਵਾਂ ਨੂੰ ਵਧਾਉਂਦਾ ਹੈ। ਇਨਕਮ ਜਨਰੇਟ ਕਰਕੇ ਇਨਵੈਸਟਮੈਂਟ ਡਿਮਾਂਡ ਨੂੰ ਵਧਾਉਂਦਾ ਹੈ ਤੇ ਪ੍ਰੋਡਕਸ਼ਨ ਕਪੈਸਿਟੀ ਵਧਾ ਕੇ ਸਪਲਾਈ ਨੂੰ ਵਧਾਉਂਦਾ ਹੈ। ਡੋਮਰ ਮਾਡਲ ਤੋਂ ਇਹ ਵੀ ਪਤਾ ਲੱਗਦਾ ਕਿ ਫੁੱਲ ਇੰਪਲਾਇਮੈਂਟ ਜਾਂ ਸਟੱਡੀ ਗਰੋਥ ਨੂੰ ਮੇਨਟੇਨ ਕਰਨ ਲਈ ਇਨਵੈਸਟਮੈਂਟ ਗਰੋਥ ਰੇਟ ਕਿੰਨੀ ਹੋਣੀ ਚਾਹੀਦੀ ਹੈ, ਡੈਲਟਾ I/I ਕਿੰਨੀ ਹੋਣੀ ਚਾਹੀਦੀ ਹੈ। ਇਕਨੋਮੀ ਦੇ ਇਕੁਇਲਿਬਰਮ ਲਈ ਜ਼ਰੂਰੀ ਹੈ ਕਿ ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਦੇ ਬਰਾਬਰ ਹੋਵੇ। ਆਪਣੇ ਮਾਡਲ ਨੂੰ ਐਕਸਪਲੇਨ ਕਰਨ ਲਈ ਕੁਝ ਨੋਟੇਸ਼ਨਸ ਯੂਜ਼ ਕੀਤੇ ਹੈ, ਕੁਝ ਸੰਕੇਤ ਯੂਜ਼ ਕੀਤੇ ਹੈ। YD ਐਗਰੀਗੇਟ ਡਿਮਾਂਡ ਹੈ ਫੁੱਲ ਇੰਪਲਾਇਮੈਂਟ ਲੈਵਲ ਤੇ, YS ਐਗਰੀਗੇਟ ਸਪਲਾਈ ਹੈ ਫੁੱਲ ਇੰਪਲਾਇਮੈਂਟ ਲੈਵਲ ਤੇ, K ਰੀਅਲ ਕੈਪੀਟਲ ਹੈ, I ਨੈਟ ਇਨਵੈਸਟਮੈਂਟ ਹੈ। ਨੈਟ ਇਨਵੈਸਟਮੈਂਟ ਨੂੰ ਡੈਲਟਾ K ਵੀ ਕਿਹਾ ਜਾਂਦਾ ਹੈ, ਚੇਂਜ ਇਨ ਕੈਪੀਟਲ। ਅਲਫਾ MPS ਹੈ, ਮਾਰਜਨਲ ਪ੍ਰੋਪੈਂਸਿਟੀ ਟੂ ਸੇਵ। ਸਿਗਮਾ ਪ੍ਰੋਡਕਟਿਵਿਟੀ ਆਫ ਕੈਪੀਟਲ ਹੈ। ਹੁਣ ਆਪਾਂ ਇਸ ਮਾਡਲ ਨੂੰ ਐਕਸਪਲੇਨ ਕਰਾਂਗੇ। ਪਹਿਲਾਂ ਡਿਮਾਂਡ ਤੇ ਸਪਲਾਈ ਜਦੋਂ ਬਰਾਬਰ ਹੁੰਦੇ ਆ ਤਾਂ ਉਦੋਂ ਇਕਨੋਮੀ 'ਚ ਇਕੁਇਲਿਬਰਮ ਹੁੰਦਾ। ਤਾਂ ਪਹਿਲਾਂ ਡਿਮਾਂਡ ਸਾਈਡ ਦੇਖਾਂਗੇ ਕੀ ਹੁੰਦੀ ਹੈ। ਡਿਮਾਂਡ ਸਾਈਡ ਦੇ ਵਿੱਚ ਐਗਰੀਗੇਟ ਡਿਮਾਂਡ ਜਿਹੜੀਆਂ ਚੀਜ਼ਾਂ 'ਤੇ ਡਿਪੈਂਡ ਕਰਦੀ ਹੈ, ਜਿਹੜੇ ਫੈਕਟਰਸ ਦੇ ਉੱਤੇ ਡਿਪੈਂਡ ਕਰਦੀ ਹੈ। ਐਗਰੀਗੇਟ ਡਿਮਾਂਡ MPS ਤੇ ਨੈਟ ਇਨਵੈਸਟਮੈਂਟ ਦੇ ਉੱਤੇ ਡਿਪੈਂਡ ਕਰਦੀ ਹੈ। ਐਗਰੀਗੇਟ ਡਿਮਾਂਡ ਦਾ ਨੈਟ ਇਨਵੈਸਟਮੈਂਟ ਨਾਲ ਪੋਜ਼ੀਟਿਵ ਰਿਲੇਸ਼ਨ ਹੈ। ਨੈਟ ਇਨਵੈਸਟਮੈਂਟ ਜਦੋਂ ਵੱਧਦਾ ਹੈ ਤਾਂ ਉਦੋਂ ਐਗਰੀਗੇਟ ਡਿਮਾਂਡ ਵੱਧਦੀ ਹੈ। ਨੈਟ ਇਨਵੈਸਟਮੈਂਟ ਜਦੋਂ ਘਟਦਾ ਹੈ ਐਗਰੀਗੇਟ ਡਿਮਾਂਡ ਘਟਦੀ ਹੈ। MPS ਦਾ ਤੇ ਐਗਰੀਗੇਟ ਡਿਮਾਂਡ ਦਾ ਇੱਕ ਦੂਜੇ ਨਾਲ ਨੈਗੇਟਿਵ ਰਿਲੇਸ਼ਨ ਹੈ। MPS ਜਦੋਂ ਵੱਧਦੀ ਹੈ ਐਗਰੀਗੇਟ ਡਿਮਾਂਡ ਘਟਦੀ ਹੈ। MPS ਜਦੋਂ ਘਟਦੀ ਹੈ ਐਗਰੀਗੇਟ ਡਿਮਾਂਡ ਵੱਧਦੀ ਹੈ। ਹੁਣ ਆਪਾਂ ਦੇਖਦੇ ਹਾਂ ਸਪਲਾਈ ਸਾਈਡ। ਸਪਲਾਈ ਸਾਈਡ ਦੇ ਵਿੱਚ ਐਗਰੀਗੇਟ ਸਪਲਾਈ ਡਿਪੈਂਡ ਕਰਦੀ ਹੈ ਸਿਗਮਾ ਤੇ K ਦੇ ਉੱਤੇ। ਸਿਗਮਾ ਪ੍ਰੋਡਕਟਿਵਿਟੀ ਆਫ ਕੈਪੀਟਲ ਹੈ, K ਰੀਅਲ ਕੈਪੀਟਲ ਹੈ। ਇਹਨਾਂ ਦੋਨਾਂ ਨਾਲ ਐਗਰੀਗੇਟ ਸਪਲਾਈ ਦਾ ਸਿੱਧਾ ਰਿਲੇਸ਼ਨ ਹੈ। ਪ੍ਰੋਡਕਟਿਵਿਟੀ ਆਫ ਕੈਪੀਟਲ ਵਧਣ ਨਾਲ ਐਗਰੀਗੇਟ ਸਪਲਾਈ ਵੱਧਦੀ ਹੈ। ਪ੍ਰੋਡਕਟਿਵਿਟੀ ਆਫ ਕੈਪੀਟਲ ਘਟਣ ਨਾਲ ਐਗਰੀਗੇਟ ਸਪਲਾਈ ਘਟਦੀ ਹੈ। ਰੀਅਲ ਕੈਪੀਟਲ ਦੇ ਵਧਣ ਨਾਲ ਐਗਰੀਗੇਟ ਸਪਲਾਈ ਵੱਧਦੀ ਹੈ। ਰੀਅਲ ਕੈਪੀਟਲ ਦੇ ਘਟਣ ਨਾਲ ਐਗਰੀਗੇਟ ਸਪਲਾਈ ਘਟਦੀ ਹੈ। ਦੋਨਾਂ ਦਾ ਆਪਸ ਦੇ ਵਿੱਚ ਪੋਜ਼ੀਟਿਵ ਰਿਲੇਸ਼ਨ ਹੈ। ਇਕੁਇਲਿਬਰਮ ਵਾਸਤੇ ਜ਼ਰੂਰੀ ਕੰਡੀਸ਼ਨ ਹੈ ਐਗਰੀਗੇਟ ਡਿਮਾਂਡ ਐਗਰੀਗੇਟ ਸਪਲਾਈ ਦੇ ਬਰਾਬਰ ਹੋਵੇ। ਹੁਣ ਆਪਾਂ ਐਗਰੀਗੇਟ ਡਿਮਾਂਡ ਤੇ ਐਗਰੀਗੇਟ ਸਪਲਾਈ ਦੀਆਂ ਵੈਲਿਊਜ਼ ਨੂੰ ਪੁੱਟ ਕਰ ਲਾਂਗੇ। 1/α ਗੁਣਾ I = YS ਦੀ ਵੈਲਿਊ ਹੈ ਸਿਗਮਾ ਗੁਣਾ K। ਤਾਂ ਆਪਾਂ ਇੱਕ ਇਨਵੈਸਟਮੈਂਟ ਨੂੰ ਇੱਕ ਪਾਸੇ ਕਰ ਲਾਂਗੇ, ਸਿਗਮਾ ਗੁਣਾ K ਉੱਥੇ ਹੀ ਤੇ ਅਲਫਾ ਉੱਧਰ ਜਾ ਕੇ ਗੁਣਾ ਹੋ ਜਾਊਗਾ। ਇਸ ਤਰ੍ਹਾਂ ਜ਼ਰੂਰੀ ਹੈ ਸਟੱਡੀ ਗਰੋਥ ਦੀ ਇਹ ਨੈਸੈਸਰੀ ਕੰਡੀਸ਼ਨ ਹੈ ਕਿ ਇਨਵੈਸਟਮੈਂਟ ਅਲਫਾ ਸਿਗਮਾ ਤੇ K ਦੀ ਗੁਣਾ ਦੇ ਬਰਾਬਰ ਹੋਵੇ। ਹੁਣ ਆਪਾਂ ਪਤਾ ਕਰਾਂਗੇ ਸਟੱਡੀ ਗਰੋਥ ਨੂੰ ਪ੍ਰਾਪਤ ਕਰਨ ਮੇਨਟੇਨ ਕਰਨ ਲਈ ਇਨਵੈਸਟਮੈਂਟ ਗਰੋਥ ਰੇਟ ਕਿੰਨੀ ਹੋਣੀ ਚਾਹੀਦੀ ਹੈ। ਇਨਵੈਸਟਮੈਂਟ ਗਰੋਥ ਰੇਟ ਡੈਲਟਾ I/I ਪਤਾ ਕਰਨ ਲਈ ਡਿਮਾਂਡ ਤੇ ਸਪਲਾਈ ਫੰਕਸ਼ਨ ਦੇ ਇਨਕਰੀਮੈਂਟ ਦੀ ਲੋੜ ਹੈ। ਡਿਮਾਂਡ ਤੇ ਸਪਲਾਈ ਨੂੰ ਚੇਂਜ ਕੀਤਾ ਜਾਊਗਾ। ਐਗਰੀਗੇਟ ਡਿਮਾਂਡ ਨੂੰ ਡੈਲਟਾ YD ਨਾਲ ਚੇਂਜ ਕੀਤਾ ਜਾਊਗਾ। ਸਪਲਾਈ ਨੂੰ ਡੈਲਟਾ YS ਕਰਕੇ ਚੇਂਜ ਕੀਤਾ ਜਾਊਗਾ। ਹੁਣ ਇਹਨਾਂ ਦੀਆਂ ਆਪਾਂ ਚੇਂਜ ਵੈਲਿਊ ਵੀ ਲਿਖਾਂਗੇ। ਡੈਲਟਾ YD ਦੀ ਵੈਲਿਊ ਹੈ 1/α ਗੁਣਾ ਡੈਲਟਾ I। ਡੈਲਟਾ I ਦੀ ਥਾਂ 'ਤੇ ਆਪਾਂ ਡੈਲਟਾ I ਕਰਤਾ। ਡੈਲਟਾ YD = 1/α ਗੁਣਾ ਡੈਲਟਾ I ਦੀ ਥਾਂ 'ਤੇ ਆਪਾਂ ਡੈਲਟਾ I ਕਰਤਾ। ਹੁਣ ਡੈਲਟਾ YS ਨੂੰ ਲਿਖਾਂਗੇ ਸਿਗਮਾ ਗੁਣਾ ਡੈਲਟਾ K ਦੀ ਥਾਂ 'ਤੇ ਡੈਲਟਾ ਕਰਤਾ। ਡੈਲਟਾ K ਨੂੰ ਆਪਾਂ ਇਨਵੈਸਟਮੈਂਟ ਵੀ ਲਿਖ ਸਕਦੇ ਹਾਂ, I ਵੀ ਲਿਖ ਸਕਦੇ ਹਾਂ। ਡੈਲਟਾ ਸਟੱਡੀ ਗਰੋਥ ਲਈ ਜ਼ਰੂਰੀ ਹੈ ਕਿ ਡੈਲਟਾ YD ਤੇ ਡੈਲਟਾ YS ਇੱਕ ਦੂਜੇ ਦੇ ਬਰਾਬਰ ਹੋਣ ਅਤੇ ਇਹਨਾਂ ਨੂੰ ਆਪਾਂ ਇੱਕ ਦੂਜੇ ਦੇ ਬਰਾਬਰ ਲਿਖਾਂਗੇ। ਡੈਲਟਾ YD ਦੀ ਵੈਲਿਊ ਹੈ 1/α ਗੁਣਾ ਡੈਲਟਾ I। ਡੈਲਟਾ YS ਦੀ ਵੈਲਿਊ ਹੈ ਸਿਗਮਾ ਗੁਣਾ ਡੈਲਟਾ K। ਡੈਲਟਾ K ਦੀ ਥਾਂ 'ਤੇ I ਵੀ ਲਿਖਿਆ ਜਾ ਸਕਦਾ ਹੈ। ਇੱਥੇ ਆਪਾਂ ਡੈਲਟਾ K ਦੀ ਥਾਂ 'ਤੇ I ਲਿਖਤਾ। ਹੁਣ ਇਨਵੈਸਟਮੈਂਟ ਦੀ ਗਰੋਥ ਰੇਟ ਨੂੰ ਪਤਾ ਕਰਨ ਲਈ ਡੈਲਟਾ I/I ਨੂੰ ਇੱਕ ਪਾਸੇ ਲਿਖ ਲਾਂਗੇ। ਉੱਧਰ ਆਪਾਂ ਸਿਗਮਾ ਅਤੇ ਇੱਧਰੋਂ ਅਲਫਾ ਉੱਧਰ ਲਿਜਾ ਕੇ ਗੁਣਾ ਕਰ ਦਿਆਂਗੇ। ਤਾਂ ਇਸ ਤੋਂ ਆਪਾਂ ਨੂੰ ਹੁਣ ਕਲੀਅਰ ਹੋ ਰਿਹਾ ਕਿ ਇਨਵੈਸਟਮੈਂਟ ਦੀ ਗਰੋਥ ਰੇਟ ਸਟੱਡੀ ਗਰੋਥ ਨੂੰ ਮੇਨਟੇਨ ਕਰਨ ਲਈ ਇੰਨੀ ਹੋਣੀ ਚਾਹੀਦੀ ਹੈ। ਸਿਗਮਾ ਅਤੇ ਅਲਫਾ ਦੀ ਗੁਣਾ ਦੇ ਬਰਾਬਰ ਹੋਣੀ ਚਾਹੀਦੀ ਹੈ। ਪ੍ਰੋਡਕਟਿਵਿਟੀ ਆਫ ਕੈਪੀਟਲ ਅਤੇ ਮਾਰਜਨਲ ਪ੍ਰੋਪੈਂਸਿਟੀ ਟੂ ਸੇਵ ਦੇ ਬਰਾਬਰ ਹੋਣੀ ਚਾਹੀਦੀ ਹੈ। ਇਨਵੈਸਟਮੈਂਟ ਗਰੋਥ ਰੇਟ ਜੇ ਪ੍ਰੋਡਕਟਿਵਿਟੀ ਆਫ ਕੈਪੀਟਲ ਤੇ MPS ਦੇ ਗੁਣਾ ਦੇ ਬਰਾਬਰ ਹੈ
ਤਾਂ ਇਕੋਨਮੀ ਦੇ ਵਿੱਚ ਫੁੱਲੀ ਇੰਪਲਾਇਮੈਂਟ ਜਾਂ ਸਟੈਡੀ ਗਰੋਥ ਨੂੰ ਮੇਨਟੇਨ ਕਰਕੇ ਰੱਖਿਆ ਜਾ ਸਕਦਾ ਹੈ, ਪਰ ਇਹਨੂੰ ਇਹਦੇ ਬਰਾਬਰ ਕਰਨਾ ਬਹੁਤ ਹੀ ਮੁਸ਼ਕਿਲ ਕੰਮ ਹੈ। ਥੈਂਕ ਯੂ ਸਟੂਡੈਂਟਸ।